ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ, ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਦੇਵ ਜੀ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰਬਾਣੀ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿਤਨੇਮ ਮਰਜ਼ਾਦਾ ਅਨੁਸਾਰ ਦੀਵਾਨ ਸੱਜੇ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ, ਗੁਰੂ ਕੀ ਬਾਣੀ ਦਾ ਕੀਰਤਨ, ਹਜ਼ੂਰੀ ਰਾਗੀ ਜਥੇ ਪਾਸੋਂ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕੁਝ ਸਮਾਂ ਸਭ ਤੇ ਉਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ। ਊਤਮ ਕਥਾ ਸੁਨੀਜੈ ਸਰਵਣੀ, ਮਾਇਆ ਕਰੋ ਭਗਵਾਨ। ਆਵਤ ਜਾਤ ਦੋ ਪਖ ਪੂਰਨ, ਪਾਈਐ ਸੁਖ ਵਿਸਰਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋ ਪਾਰਾਵਾਰ ਤੋਂ ਰਹਿਤ ਬ੍ਰਹਮ ਪਰਮੇਸ਼ਰ ਹੈ, ਉਹਦੇ ਨਾਮ ਨੂੰ ਜਪਣ ਵਾਸਤੇ ਸਤਿਗੁਰਾਂ ਨੇ ਬਹੁਤੀ ਤਕੀਦ ਕੀਤੀ ਹੈ, ਪੱਕੀ ਕੀਤੀ ਹੈ। ਪਿਛਲਿਆਂ ਯੁੱਗਾਂ ਤੋਂ ਲੈ ਕੇ ਨਾਮ ਹੀ ਨਹੀਂ ਪ੍ਰਧਾਨ ਰਿਹਾ ਹੈ। ਸਤਿਯੁਗ ਸਤਿਯੁਗ ਦੇ ਵਿੱਚ ਸੱਚ ਦਾ ਪਸਾਰਾ ਸੀ, ਸੱਚ ਬੋਲਿਆ ਜਾਂਦਾ ਸੀ। ਭਾਵੇਂ ਲੋਕ ਧਰਮੀ ਸੀ, ਸੱਚ ਦੇ ਉੱਤੇ ਚੱਲਦੇ ਸੀ, ਪਰ ਫਿਰ ਵੀ ਨਾਮ ਦੀ ਵਡਿਆਈ ਰਹੀ ਹੈ। ਤ੍ਰੇਤੇ ਯੁੱਗ ਦੇ ਵਿੱਚ ਜਗ ਕਰਨ ਦੀ ਮਰਜ਼ਾਦਾ ਚੱਲੀ, ਲੋਕਾਂ ਨੇ ਜਗ ਕਰਿਆ ਕਰਨੇ। ਇਹਦੇ ਵਿੱਚ ਆਪਣਾ ਭਲਾ ਸਮਝਣਾ, ਪਰ ਉਦੋਂ ਵੀ ਨਾਮ ਦੀ ਹੀ ਵਡਿਆਈ ਰਹੀ। ਦੁਆਪਰ ਪੂਜਾ ਚਾਰ, ਦੁਆਪਰ ਯੁੱਗ ਦੇ ਵਿੱਚ ਪੂਜਾ ਕਰਨ ਦੀ ਮਰਜ਼ਾਦਾ ਚੱਲੀ। ਭਾਵੇਂ ਉਹ ਸੱਚੇ ਦੀ ਪੂਜਾ ਲੋਕਾਂ ਨੇ ਕਰਿਆ ਕਰਨੀ ਆਪਣੇ ਢੰਗ ਦੇ ਨਾਲ, ਉਹਦੇ ਵਿੱਚ ਹੀ ਮਹਾਨ ਸਮਝਣਾ, ਪਰ ਉਦੋਂ ਵੀ ਨਾਮ ਦੀ ਹੀ ਵਡਿਆਈ ਰਹੀ। ਕਲ ਕੇਵਲ ਨਾਮ ਆਧਾਰ। ਹੁਣ ਕਲਯੁਗ ਦਾ ਸਮਾਂ ਹੈ। ਕਲਯੁਗ ਦੇ ਸਮੇਂ ਦੇ ਵਿੱਚ ਕੇਵਲ ਨਾਮ ਦੀ ਗੱਲ ਹੈ। ਹੋਰ ਜਿੰਨੇ ਵੀ ਕੋਈ ਕਰਮ ਧਰਮ ਹੈ, ਸਭ ਪਖੰਡ ਹੈ। ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦਿਸ ਹੈ, ਤਿਨ ਜਮ ਜਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਕਿ ਜਿਹੜੇ ਹੋਰ ਕੋਈ ਕਰਮ ਕਾਂਡ ਆਦਿ ਕਰਨੇ ਹਨ, ਇਹ ਤਾਂ ਇੱਕ ਪਖੰਡ ਹੈ। ਬਾਕੀ ਜਿਹੜੇ ਇਹ ਕਰਮ ਧਰਮ ਕੀਤੇ ਹੋਏ ਜਿਹੜੇ ਹੈ, ਇਹ ਪ੍ਰਲੋਕ ਦੇ ਵਿੱਚ ਨਹੀਂ ਸਹਾਇਤਾ ਕਰਦੇ, ਇਹਨਾਂ ਨੂੰ ਜਾਮੀ ਰਾਹ ਦੇ ਵਿੱਚ ਲੁੱਟ ਲੈਂਦੇ ਨੇ, ਇਹ ਜਾਮੀ ਖੋਹ ਲੈਂਦੇ ਨੇ। ਪਰ ਮਹਾਰਾਜ ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਕੀਰਤਨ ਨੂੰ ਗਾਓ ਤੇ ਸੁਣੋ, ਨਿਮਕ ਸਿਮਰਤ ਜਿਤ ਛੂਟੈ।
ਜਿਸ ਕਰਕੇ ਥੋੜਾ ਜਪਣੇ ਕਰਕੇ ਹੀ, ਸਤ ਸੰਗਤ ਕਰਨ ਕਰਕੇ ਹੀ ਜਮਾਂ ਦੀ ਫਾਹੀ ਤੋਂ, ਕਾਲ ਦੀ ਫਾਹੀ ਤੋਂ ਮਨੁੱਖ ਛੁੱਟ ਜਾਂਦਾ ਹੈ। ਐਸੀ ਸਤਿਗੁਰੂ ਮਹਾਰਾਜ ਜੀ ਨੇ ਇਹ ਕਲਯੁਗ ਦੇ ਸਮੇਂ ਦੇ ਵਿੱਚ ਨਾਮ ਹੀ ਉਹ ਬਖਸ਼ਣਾ ਕੀਤਾ ਹੈ। ਕਬੀਰ ਸਾਹਿਬ ਸਜੇ ਹੋਏ ਪ੍ਰੇਮੀਆਂ ਨੂੰ ਉਪਦੇਸ਼ ਦੇ ਰਹੇ ਨੇ। ਕਬੀਰ ਭਗਤ ਸਾਹਿਬ ਜੀ, ਹੋਰ ਬਹੁਤ ਲੋਕ ਬੈਠੇ ਹੋਏ ਨੇ, ਉਪਦੇਸ਼ ਹੋ ਰਿਹਾ ਹੈ। ਕੋਈ ਰਾਜਾ, ਕੋਈ ਸ਼ਾਹੂਕਾਰ, ਉਹ ਵੀ ਆਪਣੇ ਪਰਿਵਾਰ ਦੇ ਸਹਿਤ ਕਬੀਰ ਸਾਹਿਬ ਜੀ ਦੀ ਸੰਗਤ ਦੇ ਵਿੱਚ ਪਹੁੰਚਾ ਤੇ ਕਬੀਰ ਸਾਹਿਬ ਜੀ ਉਪਦੇਸ਼ ਦੇ ਰਹੇ ਨੇ। ਕਬੀਰ ਗਰਬ ਨ ਕੀਜੀਐ, ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤਰ, ਤੇ ਪੁਨ ਧਰਨੀ ਗਾੜ। ਕਹਿ ਰਹੇ ਨੇ ਕਿ ਇਹ ਮਨੁੱਖ ਸਰੀਰ ਦਾ ਹੰਕਾਰ ਨਾ ਕਰ। ਇਹ ਹੈ ਕਿ ਚਾਮ ਲਪੇਟੇ ਹਾੜ, ਉੱਤੇ ਚੰਨ ਹੈ ਤੇ ਇਹਦੇ ਅੰਦਰ ਚਰਬੀ ਦੇ ਹਾਡੇ ਜਿਹੜੇ ਆ ਉਹ ਲਪੇਟੇ ਹੋਏ ਨੇ, ਹੋਰ ਕੁਝ ਨਹੀਂ। ਕਬੀਰ ਗਰਬ ਨਾ ਕੀਜੀਐ, ਤੂੰ ਗਰਬ ਨਾ ਕਰ, ਹੰਕਾਰ ਨਾ ਕਰ। ਚਾਮ ਲਪੇਟੇ ਹਾੜ, ਹੈਵਰ ਉੱਪਰ, ਹੁਣ ਤਾਂ ਤੂੰ ਹੈਵਰ ਨਾਮ ਦਾ ਘੋੜੇ ਦਾ, ਹੈ ਨਾਮ ਘੋੜੇ ਦਾ ਵਾਰਕ, ਸ੍ਰੇਸ਼ਟ ਘੋੜੇ ਦੇ ਉੱਤੇ ਸਵਾਰ ਹੈ। ਹੈਵਰ ਉੱਪਰ ਛਤਰ ਤਰ, ਤੇ ਮਹਾਨ ਤੇਰੇ ਥੱਲੇ ਛਤਰ, ਉੱਤੇ ਛਤਰ ਹੁੰਦਾ ਤੇ ਤੂੰ ਛਤਰ ਦੇ ਥੱਲੇ ਹੁੰਦਾ। ਤੇ ਪੁਣ ਧਰਨੀ ਗਾੜ, ਤੂੰ ਵਰਤਾ ਮਾਨ ਕਰ ਕਿ ਮੇਰੇ ਕੋਲ ਸੋਹਣਾ ਘੋੜਾ ਹੈ ਤੇ ਮੈਂ ਘੋੜੇ ਤੇ ਸਵਾਰ ਹਾਂ। ਸੋ ਇਸ ਪ੍ਰਕਾਰ ਦੇ ਨਾਲ ਕਿ ਮੇਰੇ ਉੱਤੇ ਛਤਰ ਝੁੱਲਦਾ ਹੈ ਤੇ ਜਦੋਂ ਸਰੀਰ ਦੀ ਨਾਸਤ ਹੋ ਗਈ, ਸਰੀਰ ਦੀ ਸਮਾਪਤ ਹੋ ਗਈ, ਇਹਨੂੰ ਧਰਤੀ ਦੇ ਵਿੱਚ ਗੱਡਿਆ ਜਾਣਾ। ਤੂੰ ਰਤਾ ਜਿਹੜਾ ਹੈ ਉਹਦੇ ਉੱਤੇ ਮਾਨ ਕਰ। ਫਿਰ ਕਹਿਣ ਲੱਗੇ ਕਬੀਰ ਗਰਬ ਨਾ ਕੀਜੀਐ, ਊਚਾ ਦੇਖ ਆਵਾਸ, ਆਜ ਕਾਲ ਹੋਏ ਲੇਟਣਾ, ਉੱਪਰ ਜਾਮੇ ਘਾਸ। ਕਹਿਣ ਲੱਗੇ ਹੰਕਾਰ ਨਹੀਂ ਕਰਨਾ ਚਾਹੀਦਾ, ਆਪਣਾ ਉੱਚਾ ਅਹੁਦਾ ਕੋਈ ਵੇਖ ਕੇ, ਕੋਈ ਜਾਇਦਾਦ, ਕੋਈ ਰਾਜਸਾਜ ਵੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ। ਕਬੀਰ ਗਰਬ ਨ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੇ ਘਾਸ। ਕਹਿੰਦੇ ਭਾਵੇਂ ਅੱਜ ਦੇ ਭਾਵੇਂ ਕੱਲ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਤੇ ਜਿਸ ਕਬਰਾਂ ਦੇ ਵਿੱਚ ਦੱਬਿਆ ਮੁੜ ਕੇ ਤੇ ਘਾਹ ਹੀ ਉਗਣਾ, ਉੱਪਰ ਜਾਮੇ ਘਾਸ। ਫਿਰ ਕਹਿਣ ਲੱਗੇ ਕਬੀਰ ਗਰਬ ਨ ਕੀਜੀਐ, ਰੰਗਨ ਹੱਸਿਆ ਕੋਈ। ਇਹ ਕਬੀਰ ਸਾਹਿਬ ਜੀ ਕਥਾ ਕਰ ਰਹੇ ਨੇ ਆਪਣੇ ਦੀਵਾਨ ਦੇ ਵਿੱਚ, ਸੰਗਤਾਂ ਦੇ ਵਿੱਚ। ਕਬੀਰ ਗਰਬ ਨ ਕੀਜੀਐ, ਰੰਗਨ ਹੱਸਿਆ ਕੋਈ। ਕਹਿਣ ਲੱਗੇ ਕਿਸੇ ਗਰੀਬ ਨੂੰ, ਮਾੜੇ ਨੂੰ ਵੇਖ ਕਰਕੇ ਨਾ ਮਤਾ ਕੋਈ ਹੱਸੇ, ਕੋਈ ਉਸ ਨੂੰ ਕੋਈ ਮਖੌਲ ਕਰੇ, ਉਸ ਨੂੰ ਕੋਈ ਟੀਚਰ ਕਰੇ ਗਰੀਬ ਨੂੰ ਵੇਖ ਕੇ। ਕਬੀਰ ਗਰਬ ਨ ਕੀਜੀਐ, ਰੰਗ ਨ ਹੱਸੀਐ ਕੋਈ। ਕੰਗਾਲ ਨੂੰ ਵੇਖ ਕੇ ਹੱਸਣਾ ਨਹੀਂ ਚਾਹੀਦਾ, ਮਖੌਲ ਨਹੀਂ ਕਰਨਾ ਚਾਹੀਦਾ। ਕਿਉਂ ਕਰਕੇ ਅਜੇ ਸੋ ਨਾਉ ਸਮੁੰਦਰ ਮੈਂ ਹੈ, ਕਿਆ ਜਾਣੋ ਕਿਆ ਹੋਏ। ਕਹਿਣ ਲੱਗਿਆ ਜੀ ਤੇ ਜੀਵਨ ਦੀ ਜਿਹੜੀ ਬੇੜੀ ਹੈ ਉਹ ਤੇ ਸੰਸਾਰ ਦੇ ਵਿੱਚ ਆਪਣੀ ਵੀ ਚੱਲ ਹੀ ਰਹੀ ਹੈ ਨਾ। ਕਿਆ ਜਾਣੋ ਕਿਆ ਹੋਏ, ਆਉਣ ਵਾਲੇ ਦਾ ਸਮੇਂ ਦਾ ਕੀ ਪਤਾ, ਕਿਸੇ ਨੂੰ ਕੀ ਪਤਾ। ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਕਿ ਭਿਖਾਰੀ ਤੋਂ ਪਰਮੇਸ਼ਰ ਜਿਹੜਾ ਰਾਜਾ ਬਣਾ ਦੇਵੇ ਤੇ ਰਾਜੇ ਨੂੰ ਭਿਖਾਰੀ ਬਣਾ ਦੇਵੇ। ਇਹ ਪਰਮੇਸ਼ਰ ਦੀ
ਕਲਾ ਹੈ। ਇਸ ਕਰਕੇ ਕਬੀਰ ਸਾਹਿਬ ਜੀ ਕਹਿਣ ਲੱਗੇ, ਹੰਕਾਰ ਨਾ ਕਰੋ, ਕਿਸੇ ਗਰੀਬ ਨੂੰ ਵੇਖ ਕੇ ਮਖੌਲ ਟਿਚਰ ਨਾ ਕਰੋ, ਹੰਕਾਰ ਨਾ ਕਰੋ। ਫਿਰ ਕਹਿਣ ਲੱਗੇ, ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ, ਕਿ ਆਪਣੇ ਸ੍ਰੇਸ਼ਟ ਰੰਗ ਨੂੰ, ਸਰੀਰ ਨੂੰ ਵੇਖ ਕਰਕੇ ਨਾ, ਸੋਹਣੇ ਸੁਹੱਪਣ ਨੂੰ ਵੇਖ ਕਰਕੇ ਤੇ ਹੰਕਾਰ ਨਾ ਕਰੇ ਕੋਈ ਮਨੁੱਖ ਕਿ ਮੇਰੇ ਸਰੀਰ ਦੇ ਵਿੱਚ ਬਲ ਬੜਾ ਹੈ, ਮੇਰੇ ਨਕਸ਼ ਨਿਹਾਰ ਬੜੇ ਹੈ, ਮੇਰੇ ਵਰਗਾ ਸੁੰਦਰ ਕੋਈ ਨਹੀਂ, ਮੇਰੇ ਵਰਗਾ ਕੋਈ ਬਲੀ ਨਹੀਂ ਹੈ, ਮੇਰੇ ਵਰਗਾ ਕੋਈ ਚਲਾਕ ਨਹੀਂ ਹੈ, ਕੋਈ ਸਿਆਣਾ ਨਹੀਂ ਹੈ। ਕਹਿਣ ਲੱਗੇ ਤਾਂ ਕੋਈ ਹੰਕਾਰ ਨਾ ਕਰੋ। ਕਬੀਰ ਗਰਬ ਨਾ ਕੀਜੀਏ, ਗਰਬ ਨਾਮ ਹੰਕਾਰ ਦਾ ਹੈ। ਕਬੀਰ ਗਰਬ ਨਾ ਕੀਜੀਏ, ਦੇਹੀ ਦੇਖ ਸੁਰੰਗ, ਆਜ ਕਾਲ ਭੋਏ ਲੇਟਣਾ। ਕਹਿੰਦੇ ਆ ਕਬੀਰ ਗਰਬ ਨਾ ਕੀਜੀਏ, ਦੇਹੀ ਦੇਖ ਸੁਰੰਗ, ਵੀ ਆਪਣੇ ਸਰੀਰ ਨੂੰ ਵੇਖ ਕਰਕੇ ਜਿਹੜਾ ਹੰਕਾਰ ਨਾ ਕਰ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਹੋਣਾ ਹੈ। ਸੋ ਇਸ ਵਾਸਤੇ ਜਦੋਂ ਕਬੀਰ ਸਾਹਿਬ ਐਸੇ ਬਚਨ ਕਰ ਰਹੇ ਨੇ ਕਿ ਨਾਮ ਜਪਿਆ ਕਰੋ ਤੇ ਸਿਮਰਨ ਕਰਿਆ ਕਰੋ, ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਧਿਆਨ ਨਾਲ ਯਾਦ ਕਰਿਆ ਕਰੋ। ਉਸ ਵਕਤ ਜਿਹੜਾ ਰਾਜਾ ਸੀ ਨਾ, ਉਹ ਸ਼ਾਹੂਕਾਰ, ਉਹਨੇ ਥਾਲ ਦੇ ਵਿੱਚ ਸੋਨੇ ਦੀਆਂ ਮੋਹਰਾਂ ਪਾਈਆਂ, ਹੋਰ ਹੀਰੇ ਆਦਿਕ ਰੱਖੇ, ਤੇ ਉਹ ਕਬੀਰ ਸਾਹਿਬ ਜੀ ਦੇ ਅੱਗੇ ਲਿਆਣ ਕਰਕੇ ਹਾਜ਼ਰ ਕੀਤੇ। ਕਹਿਣ ਲੱਗਾ, ਸੰਤ ਜੀ, ਮਹਾਂਪੁਰਖ ਜੀ, ਮੇਰੇ ਉੱਤੇ ਕਿਰਪਾ ਕਰੋ। ਜਿਸ ਤਰ੍ਹਾਂ ਤੁਹਾਡੇ ਹਿਰਦੇ ਦੇ ਵਿੱਚ ਨਾਮ ਵਸਿਆ ਹੋਇਆ ਹੈ, ਜਿਸ ਤਰ੍ਹਾਂ ਤੁਸੀਂ ਪਰਮੇਸ਼ਰ ਦੇ ਦਰਸ਼ਨ ਕਰ ਰਹੇ ਹੋ, ਇਹ ਮੈਨੂੰ ਵੀ ਨਾਮ ਬਖਸ਼ੋ ਤੇ ਮੈਨੂੰ ਵੀ ਪਰਮੇਸ਼ਰ ਸਖਿਆਤਕਾਰ ਕਰਾਓ, ਮੇਰੇ ਹਿਰਦੇ ਦੇ ਵਿੱਚ ਵੀ ਵਸਾਓ। ਕਬੀਰ ਸਾਹਿਬ ਜੀ ਨੇ ਉਹਦੇ ਵੱਲੇ ਬਹੁਤਾ ਧਿਆਨ ਨਾ ਦਿੱਤਾ। ਫਿਰ ਉਸਨੇ ਦੂਸਰੀ ਵਾਰ ਕਿਹਾ ਕਿ ਆ ਮੈਂ ਸੋਨੇ ਦੀਆਂ ਮੋਹਰਾਂ ਤੁਹਾਡੇ ਅੱਗੇ ਲਿਆ ਕੇ ਭੇਟਾ ਰੱਖੀਆਂ ਨੇ, ਭੇਟਾ ਚੜਾਈ ਹੈ, ਮੈਨੂੰ ਪਰਮੇਸ਼ਰ ਦੇ ਜਿਹੜੇ ਸਖਿਆਤਕਾਰ ਦਰਸ਼ਨ ਕਰਾਓ। ਨਾਮ ਦਾ ਜਿਹੜਾ ਹੈ ਉਹ ਹਿਰਦੇ ਦੇ ਵਿੱਚ ਪ੍ਰੀਤੀ ਬਖਸ਼ੋ, ਪਿਆਰ ਬਖਸ਼ੋ, ਨਾਮ ਬਖਸ਼ੋ, ਪਰਮੇਸ਼ਰ ਨੂੰ ਦਰਸ਼ਨ ਕਰਾਓ। ਉਹਨੂੰ ਸੁਬੋਧਨ ਹੁੰਦਿਆਂ ਹੋਇਆਂ ਕਬੀਰ ਸਾਹਿਬ ਜੀ ਨੇ ਫਿਰ ਇਹ ਸ਼ਬਦ ਉਚਾਰਿਆ ਤੇ ਉਹਨੂੰ ਉਪਦੇਸ਼ ਦਿੰਦੇ ਹੋਏ ਉਪਦੇਸ਼ ਦਿੱਤਾ। ਜਿਸ ਤਰ੍ਹਾਂ ਹੁਣ ਆ ਰਿਹਾ ਹੈ ਮਹਾਂਪੁਰਖਾਂ ਦਾ, ਕਬੀਰ ਸਾਹਿਬ ਜੀ ਦਾ ਸ਼ਬਦ ਜਿਵੇਂ ਵੀ ਆ ਰਿਹਾ ਹੈ, ਆਪਾਂ ਸਰਵਣ ਕਰੀਏ। ਗੱਜ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਕਬੀਰ ਜੀ ਤਿਪ ਦੇ। ਗੌੜੀ ਰਾਗ ਹੈ। ਗੌੜੀ ਰਾਗ ਦੇ ਵਿੱਚ ਕਬੀਰ ਭਗਤ ਜੀ ਇਹ ਸ਼ਬਦ ਉਪਦੇਸ਼ ਬਖਸ਼ਿਸ਼ ਕਰਨ। ਤਿਪ ਦੇ ਤਿੰਨਾਂ ਪਦਿਆਂ ਵਾਲਾ ਸ਼ਬਦ ਹੈ, 3 ਪੌੜੀਆਂ ਨੇ ਸ਼ਬਦ ਦੇ ਵਿੱਚ। ਇਸ ਤਰ੍ਹਾਂ ਬਖਸ਼ਿਸ਼ ਕਰਨਾ ਇਹਨੇ, ਕੰਚਨ ਸਿਉ ਪਾਈਆ ਨਹੀਂ ਤੋਲ। ਉਹ ਸ਼ਾਹੂਕਾਰ ਰਾਜੇ ਨੂੰ ਵੇਖ ਕਰਕੇ ਕਬੀਰ ਸਾਹਿਬ ਕਹਿਣ ਲੱਗੇ, ਕੰਚਨ ਨਾਮ ਹੈ ਸੋਨੇ ਦਾ, ਤੇ ਜਿਹੜੇ ਉਹਨੇ ਭੇਟਾ ਕੇ ਰੱਖੀ ਸੀ ਉਹ ਕੰਚਨ ਕੀ ਸੋਨੇ ਦੀਆਂ ਮੋਹਰਾਂ ਹਨ। ਕਹਿਣ ਲੱਗੇ ਕਬੀਰ ਸਾਹਿਬ, ਜਿਹੜਾ ਪਰਮੇਸ਼ਰ ਹੈ ਨਾ, ਉਹਦਾ ਕੋਈ ਮੁੱਲ ਨਹੀਂ ਹੈ। ਤੂੰ ਜੇ ਚਾਹ ਕਵੇਂ ਕਿ ਮੈਨੂੰ ਮੋਹਰਾਂ ਲੈ ਕੇ ਤੇ ਸੋਨਾ ਲੈ ਕੇ ਕਬੀਰ ਮੈਨੂੰ ਪਰਮੇਸ਼ਰ ਵਿਖਾ ਦੇਵੇਗਾ, ਇਹ ਨਹੀਂ ਹੋ ਸਕਦਾ। ਕਿਉਂ ਕਰਕੇ ਕੰਚਨ ਸੋ ਪਾਈਆ ਨਹੀਂ ਤੋਲ। ਜਿਹੜਾ ਪਰਮੇਸ਼ਰ ਦਾ ਤੋਲ ਹੈ ਨਾ, ਉਹ ਸੋਨੇ ਦੇ ਨਾਲ ਨਹੀਂ ਪੈਣਾ। ਇਸ ਕਰਕੇ ਇਹ ਗੱਲ ਜਿਹੜੀ ਹੈ, ਤੇਰੀ ਜਿਹੜੀ ਹੈ ਸਵਾਲ ਹੈ, ਤੇਰੀ ਜਿਹੜੀ ਇੱਛਾ, ਇਹ ਬਹੁਤ ਗਲਤ ਹੈ।
कंचन स्यों पाइए नहीं तोल। सोने दे तोल करके, क्यों करके साईं नाम अमोल, कीम न कोई जान दो। ਜਿਹੜਾ ਪਰਮੇਸ਼ਰ ਦਾ ਨਾਮ, ਇਹਦਾ ਕੋਈ ਮੁੱਲ ਨਹੀਂ ਹੈ, ਇਹ ਮੁੱਲ ਨਹੀਂ ਮਿਲਦਾ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਢੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਕਹਿਣ ਲੱਗੇ ਨਾਮ ਦਾ ਕੋਈ ਮੁੱਲ ਨਹੀਂ, ਇਹ ਮੁੱਲ ਨਹੀਂ ਮਿਲਦਾ। ਕਿਉਂ ਕਰਕੇ ਇਹ ਤਾਂ ਮਨ ਦੇ ਰਾਮ ਲਿਆ ਹੈ ਮੋਲ। ਕਹਿਣ ਲੱਗੇ ਅਸੀਂ ਪਰਮੇਸ਼ਰ ਨੂੰ ਪਹਿਲਾਂ ਆਪਣਾ ਮਨ ਦਿੱਤਾ ਹੈ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਏ। ਜਿਨ੍ਹਾਂ ਨੇ ਤਨ ਮਨ ਪਰਮੇਸ਼ਰ ਨੂੰ ਅਰਪਣ ਕੀਤਾ ਹੈ ਨਾ, ਉਹਨੂੰ ਇਹ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ, ਨਾਮ ਦੀ ਪ੍ਰਾਪਤੀ ਹੁੰਦੀ ਹੈ। ਇਹ ਗੱਲਾਂ ਦੇ ਨਾਲ ਨਹੀਂ, ਗੱਲੀ ਜੋਗ ਨਾ ਹੋਈ। ਇਹ ਗੱਲਾਂ ਦੇ ਨਾਲ ਜਿਹੜਾ ਪਰਮੇਸ਼ਰ ਹੈ ਉਹ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਇਹ ਮਨ ਦੇਣਾ ਪੈਂਦਾ ਪਰਮੇਸ਼ਰ ਨੂੰ, ਜਿਹੜਾ ਹੈ ਉਹ ਪਿਆਰ ਕਰਨਾ ਪੈਂਦਾ, ਤੇ ਫਿਰ ਜਿਹੜਾ ਹੈ ਉਹ ਇਹ ਦਾਤ ਮਿਲਦੀ ਹੈ। ਇੱਕ ਵਾਰ ਕਬੀਰ ਸਾਹਿਬ ਜੀ ਸਜੇ ਹੋਏ, ਲਾਗੀ ਗਵਾਂਢੀ ਸੀ ਹੋਰ ਜਲਾਇਆ ਇੱਕ, ਉਹ ਚੱਲ ਕੇ ਆ ਗਿਆ। ਕਬੀਰ ਸਾਹਿਬ ਨੂੰ ਕਹਿਣ ਲੱਗਾ, ਕਬੀਰ ਤੂੰ ਵੀ ਜਲਾਇਆ ਤੇ ਮੈਂ ਵੀ ਜਲਾਇਆ, ਜਾਤ ਤਾਂ ਆਪਣੀ ਕੋਈ ਹੈ, ਤੇਰੀ ਕੋਈ ਨਹੀਂ ਦੁਨੀਆ ਦੇ ਵਿੱਚ ਪੂਜਾ ਹੋ ਰਹੀ ਹੈ, ਤੈਨੂੰ ਲੋਕ ਮੱਥਾ ਟੇਕ ਰਹੇ ਨੇ, ਮੈਨੂੰ ਕਿਉਂ ਨਹੀਂ ਕੋਈ ਪੁੱਛਦਾ। ਕਬੀਰ ਸਾਹਿਬ ਕਹਿਣ ਲੱਗੇ ਕਿ ਬਚਨਾਂ ਦੇ ਨਾਲ ਕੋਈ ਸਮਝ ਕਰਨੀ, ਕਿ ਜੇ ਪ੍ਰਤੱਖ ਵਿਖਾ ਦਈਏ ਕਿ ਮੇਰੀ ਪੂਜਾ ਕਿਉਂ ਹੁੰਦੀ ਹੈ। ਕਹਿਣ ਲੱਗਾ ਨਹੀਂ ਜੀ, ਪ੍ਰਤੱਖ ਵਿਖਾਓ। ਕਬੀਰ ਸਾਹਿਬ ਜਲਾਏ ਨੂੰ ਕਹਿਣ ਲੱਗੇ ਕਿ ਬੈਠ ਜਾ। ਬੈਠ ਗਿਆ। ਕਬੀਰ ਸਾਹਿਬ ਨੇ ਆਪਣੀ ਘਰ ਵਾਲੀ ਜਿਹੜੀ ਹੈ ਨਾ, ਮਾਤਾ ਲੋਈ ਜੀ, ਉਹਨੂੰ ਆਵਾਜ਼ ਮਾਰੀ। ਕਬੀਰ ਸਾਹਿਬ ਕਹਿਣ ਲੱਗੇ, ਲੋਈ ਉਰਾ। ਉਹ ਆਈ, ਕਹਿਣ ਲੱਗੀ, ਸਵਾਮੀ ਜੀ ਪਤੀ ਜੀ ਕੀ ਹੁਕਮ ਹੈ। ਕਹਿਣ ਲੱਗਾ, ਆ ਬਾਲਟਾ ਲੈ ਜਾ ਬਾਹਰ। ਕਿਸੇ ਵਾਣ ਦੇ ਵਿੱਚੋਂ ਨਾ ਚੰਗੀ ਡੂੰਘੀ ਜਿਹੜੀ ਹੈ ਮਿੱਟੀ ਪੁੱਟ ਕੇ, ਟੋਆ ਪੁੱਟ ਕੇ, ਉਹਦੇ ਵਿੱਚੋਂ ਮਿੱਟੀ ਦਾ ਜਿਹੜਾ ਬਾਲਟਾ ਭਰ ਕੇ ਲਿਆ। ਕਹਿਣ ਲੱਗੀ ਜੀ 7 ਵਜਨ। ਉਹਨੇ ਜਾ ਕੇ ਚੰਗਾ ਡੂੰਘਾ ਬਲ ਟੋਆ ਪੁੱਟਿਆ, ਫਿਰ ਉਹਦੇ ਵਿੱਚੋਂ ਲਾਲ ਮਿੱਟੀ ਕੱਢ ਕੇ ਬਾਲਟਾ ਮਿੱਟੀ ਦਾ ਭਰ ਕੇ ਲਿਆਣ ਕੇ ਰੱਖਿਆ। ਮਾਤਾ ਲੋਈ ਜੀ ਨੇ ਕਹਿਣ ਲੱਗੇ, ਸਵਾਮੀ ਜੀ ਹੁਣ ਕੀ ਹੁਕਮ ਹੈ। ਕਬੀਰ ਸਾਹਿਬ ਕਹਿਣ ਲੱਗੇ, ਇਹਨੂੰ ਛਾਣ ਦੇ, ਕੱਪੜੇ ਦੇ ਵਿੱਚ ਕੱਪੜੇ ਛਾਣ ਕਰ, ਮਿੱਟੀ ਨੂੰ ਛਾਣ ਦੇ। ਉਸਨੇ ਛਾਣ ਦਿੱਤਾ। ਛਾਣ ਕੇ ਕਹਿਣ ਲੱਗੀ, ਪਤੀ ਜੀ ਹੁਣ ਕੀ ਹੁਕਮ ਹੈ। ਉਹ ਜਲਾਇਆ ਵੇਖ ਰਿਹਾ ਹੈ ਗੁਆਂਢੀ। ਕਬੀਰ ਸਾਹਿਬ ਕਹਿਣ ਲੱਗੇ, ਨੂੰ ਜਿਸ ਤਰ੍ਹਾਂ ਆਟਾ ਗੁੰਨੀਦਾ ਨਾ, ਨੂੰ ਆਟੇ ਦੀ ਤਰ੍ਹਾਂ ਨੂੰ ਮਲਦੇ ਗੁੰਨਦੇ। ਉਹਨੇ ਗੁੰਨ ਦਿੱਤਾ। ਕਹਿਣ ਲੱਗੇ, ਜੀ ਹੁਣ ਕੀ ਹੁਕਮ ਹੈ। ਕਹਿਣ ਲੱਗੇ ਕਬੀਰ ਸਾਹਿਬ ਜੀ, ਕਹਿਣ ਲੱਗੇ ਮੀਂਹ ਆਉਣ ਵਾਲਾ ਹੈ, ਤੇ ਆਪਣਾ ਜਿਹੜਾ ਛੰਨ ਦਾ ਪਨਾਲਾ ਨਾ, ਉਹ ਚੋ ਨਾ ਪਵੇ ਤੇ ਪਨਾਲੇ ਦੇ ਉੱਤੇ ਲਾ ਦੇ। ਉਹਨੇ ਲਾਈ ਪੌੜੀ ਤੇ, ਉਹ ਮਾਤਾ ਲੋਈ ਜੀ ਨੇ ਮਿੱਟੀ ਉੱਥੇ ਲਾ ਦਿੱਤੀ। ਤਾਂ ਕਬੀਰ ਸਾਹਿਬ ਜੀ ਕਹਿਣ ਲੱਗੇ ਜਲਾਏ ਨੂੰ, ਕਿ ਬਸ ਸਾਡੀ ਇਸੇ ਕਰਕੇ ਪੂਜਾ, ਕਿ ਮੇਰੀ ਘਰ ਵਾਲੀ ਮੇਰੀ ਆਗਿਆ ਦੇ ਵਿੱਚ ਜੋ ਮੈਂ ਇਹਨੂੰ ਕਿਹਾ ਉਹਨੇ ਕਰ ਦਿੱਤਾ, ਹੋਰ ਕੋਈ ਗੱਲ ਨਹੀਂ। ਉਹ ਜਲਾਏ ਨੇ ਸੋਚਿਆ ਕਿ ਇਹ ਤਾਂ ਕੰਮ ਹੀ ਬੜਾ ਸੌਖਾ, ਇਹ ਤਾਂ ਆਪਾਂ ਵੀ ਕਰ ਸਕਦੇ ਹਾਂ। ਉਹ ਘਰ ਦੇ ਵਿੱਚ ਆਇਆ, ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ। ਜਦੋਂ ਆਵਾਜ਼ ਮਾਰੀ, ਉਹ ਪਹਿਲਾਂ ਬੜੀ ਔਖੀ ਬੋਲੀ ਤੇ ਕਹਿਣ ਲੱਗਾ, ਬਾਲਟਾ ਲੈ ਜਾ ਤੇ ਮਿੱਟੀ ਪੁੱਟ ਕੇ ਲਿਆ ਇਸ ਤਰ੍ਹਾਂ ਬਾਹਰੋਂ, ਜਿਸ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ ਸੀ ਨਾ। ਆਪਣੀ ਘਰ ਵਾਲੀ ਨੂੰ ਜਾ ਕੇ ਕਹਿਣ ਲੱਗ ਪਿਆ। ਉਹਨੇ ਨਾ ਨੁਕਰ ਕੀਤੀ ਕਿ ਬੰਦਾ ਘਰ ਹੋਵੇ, ਇਸਤਰੀ ਮਿੱਟੀ ਲੈਣ ਜਾਵੇ ਚੰਗਾ,
ਇਹ ਤਾਂ ਸਹੀ ਗੱਲ ਨਹੀਂ। ਉਹਨੇ ਡੰਡੇ ਦੇ ਨਾਲ ਡਰਾ ਡਰੂ ਕੇ ਵਿਚਾਰੀ ਨੂੰ ਮਿੱਟੀ ਲੈਣ ਵਾਸਤੇ ਘਲਾ ਦਿੱਤਾ। ਮਿੱਟੀ ਲੈ ਆਈ, ਲਿਆਣ ਕੇ ਫੜਾ ਕਰਦਾ ਬਾਲਟਾ ਥੱਲੇ ਸੁੱਟ ਦਿੱਤਾ। ਕਹਿਣ ਲੱਗਾ ਇਹਨਾਂ ਨੂੰ ਕੱਪੜ ਛਾਣ ਕਰ। ਉਹ ਕਰੇ ਨਾ ਤੇ ਉਹਨੇ ਡਰਾ ਕੇ ਧਮਕਾ ਕੇ ਤੂੰ ਕੱਪੜ ਛਾਣ ਕਰਵਾਇਆ। ਕਹਿਣ ਲੱਗਾ ਇਹਨੂੰ ਆਟੇ ਦੀ ਤਰ੍ਹਾਂ ਗੁੰਨ ਦੇ। ਜਦੋਂ ਇਸ ਤਰ੍ਹਾਂ ਕਿਹਾ ਤੇ ਉਹਨੇ ਰੌਲਾ ਪਾਤਾ ਕਿ ਇਹ ਮੇਰੇ ਪਤੀ ਜਲਾਏ ਨੂੰ ਪਤਾ ਨਹੀਂ ਕੀ ਹੋ ਗਿਆ, ਦਿਮਾਗ ਦੇ ਵਿੱਚ ਨੁਕਸ ਪੈ ਗਿਆ। ਪੁੱਤਰ ਵੀ ਆਏ, ਉਹਨਾਂ ਫੜ ਕੇ ਤੇ ਬਾਹਰ ਰੁੱਖ ਦੇ ਨਾਲ ਬੰਨ੍ਹ ਦਿੱਤਾ ਗਿਆ। ਦਿਮਾਗ ਫਿਰ ਗਿਆ, ਇਹਨੂੰ ਕੋਈ ਭੂਤ ਚੁੰਬੜ ਗਿਆ, ਇਹ ਗਲਤ ਕੰਮ ਕਰਾ ਰਿਹਾ। ਉਹ ਸਾਖੀ ਦੇ ਵਿੱਚ ਆਉਂਦਾ ਕਿ ਉਹਨਾਂ ਨੇ ਭੂਤ ਕੱਢਣ ਵਾਲਾ ਵੀ ਲੈ ਜਾਂਦਾ ਕਿ ਇਹਨੂੰ ਭੂਤ ਚੁੰਬੜਿਆ, ਕੋਈ ਗਲਤ ਕੰਮ ਕਰਾ ਰਿਹਾ। ਉਹ ਜਦੋਂ ਧੂੰਆਂ ਜਿਹਾ ਬਾਲ ਕੇ ਉਹਦੀਆਂ ਨਾਸਾਂ ਨੂੰ ਚਾੜਿਆ, ਉਹ ਖੰਘੇ, ਸਾਰਾ ਇਲਾਕਾ ਇਕੱਠਾ ਹੋਇਆ। ਇੰਨੇ ਚਿਰ ਨੂੰ ਕਬੀਰ ਸਾਹਿਬ ਜੀ ਬਾਹਰੋਂ ਸੈਰ ਕਰਦੇ ਹੋ ਕੇ ਆ ਗਏ। ਇਹਨਾਂ ਨੇ ਵੇਖਿਆ ਕਿ ਬੜੇ ਲੋਕ ਇਕੱਠੇ ਹੋਏ, ਕੀ ਕਾਰਨ ਹੈ? ਜਦੋਂ ਕਬੀਰ ਸਾਹਿਬ ਜੀ ਆਣ ਕੇ ਪੁੱਛਿਆ ਵੀ ਕੀ ਗੱਲ ਹੈ, ਕਹਿਣ ਲੱਗੇ ਇਹਨੇ ਇਸ ਤਰ੍ਹਾਂ ਕੰਮ ਕਰਵਾਇਆ। ਕਦੀ ਕਹਿੰਦਾ ਮਿੱਟੀ ਪੁੱਟ ਕੇ ਲਿਆਓ, ਕਦੀ ਉਹਨੂੰ ਕੱਪੜ ਛਾਣ ਕਰੋ, ਕਦੀ ਆਟੇ ਦੇ ਨਾਲ ਗੁੰਨੋ ਚੰਗੀ ਤਰ੍ਹਾਂ। ਕਬੀਰ ਸਾਹਿਬ ਜੀ ਹੱਸ ਪਏ, ਕਹਿਣ ਲੱਗੇ ਇਹਨੂੰ ਕੋਈ ਭੂਤ ਨਹੀਂ ਚੁੰਬੜਿਆ, ਜੋ ਇਹਨੂੰ ਕਸਰ ਮੈਨੂੰ ਪਤਾ ਹੈ, ਇਹਨੂੰ ਛੱਡ ਦਿਓ। ਜਦੋਂ ਕਬੀਰ ਸਾਹਿਬ ਜੀ ਨੇ ਛਡਾ ਦਿੱਤਾ ਤੇ ਜੱਫੀ ਦੇ ਵਿੱਚ ਲੈ ਲਿਆ ਤੇ ਆ ਪਾਸੇ ਲੈ ਗਏ। ਕਹਿਣ ਲੱਗੇ ਤੂੰ ਮੇਰੀ ਰੀਸ ਕਰਨ ਲੱਗਾ ਸਾਂ ਨਾ, ਕਿ ਆਪਣੀ ਪੂਜਾ ਕਰਾਉਣ ਲੱਗਾ ਸਾਂ, ਇਸ ਤਰ੍ਹਾਂ ਗੱਲ ਨਹੀਂ ਬਣਨੀ। ਹਰ ਕੇ ਨਾਮ ਕਬੀਰ ਉਜਾਗਰ। ਜੇ ਮੇਰਾ ਨਾਮ ਉਜਾਗਰ ਹੋਇਆ ਨਾ, ਸਾਰੀ ਦੁਨੀਆ ਦੇ ਵਿੱਚ ਪ੍ਰਗਟ ਹੋਇਆ ਤੇ ਹਰੀ ਪਰਮੇਸ਼ਰ ਦੇ ਨਾਮ ਕਰਕੇ। ਇਸ ਕਰਕੇ ਪਖੰਡ ਕਰਨ ਦੇ ਨਾਲ ਨਹੀਂ। ਉਹ ਤਾਂ ਤੈਨੂੰ ਇੱਕ ਮੈਂ ਚਮਤਕਾਰ ਹੀ ਵਿਖਾਇਆ ਸੀ, ਤੂੰ ਉਸੇ ਮਗਰ ਲੱਗ ਪਿਆ। ਇਸ ਤਰ੍ਹਾਂ ਗੱਲ ਨਹੀਂ ਬਣਨੀ। ਜਿਸ ਤਰ੍ਹਾਂ ਤੂੰ ਇਹ ਕਬੀਰ ਬਣ ਕੇ ਤਾਂ ਆਪਣੀ ਪੂਜਾ ਕਰਾਉਣਾ ਚਾਹੁੰਦਾ ਨਾ, ਇਸ ਤਰ੍ਹਾਂ ਨਹੀਂ ਗੱਲ ਬਣਨੀ। ਕਹਿਣ ਲੱਗੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤੋ ਚੌਂ ਕੁੰਡ ਮਨ। ਜਿਹਨੂੰ ਕੋਈ ਨਾ ਜਾਣਦਾ ਹੋਵੇ, ਉਹਨੂੰ ਉਹ ਪਰਮੇਸ਼ਰ ਦਾ ਨਾਮ ਜਪਣ ਲੱਗ ਪਵੇ ਨਾ, ਉਹਨੂੰ ਸਾਰੇ ਚੌਂ ਕੁੰਡਾਂ ਦੇ ਵਿੱਚ ਲੋਕ ਜਾਣਨ ਲੱਗ ਪੈਣ। ਭਗਤ ਭਗਤ ਹੋਏ ਵੱਜਿਆ, ਚੌਂ ਜੁਗਾ ਮੈਂ ਚਮਰੇਟਾ। ਕਹਿੰਦੇ ਕਿ ਉਹ ਭਗਤ ਭਗਤ ਹੋਣ ਲੱਗ ਪੈਂਦੀ ਹੈ। ਫਿਰ ਇੱਥੇ ਵੀ ਉਹ ਰਾਜੇ ਨੂੰ ਕਬੀਰ ਸਾਹਿਬ ਕਹਿ ਰਹੇ ਨਾ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਰਾਜਨ ਸੋਨੇ ਦੇ ਨਾਲ ਨਹੀਂ ਤੋਲ ਪੈਣਾ। ਪਰਮੇਸ਼ਰ ਬਹੁਤ ਭਾਰਾ ਗਰਵਾ ਹੈ, ਉਹਦੇ ਤੋਲ ਦੇ ਨਾਲ ਕੋਈ ਬਰੋਬਰਤਾਈ ਨਹੀਂ ਹੈ। ਤਾਂ ਪਰਮੇਸ਼ਰ ਦਾ ਨਾਮ ਬੇਅੰਤ ਹੈ। ਇਹ ਤੱਕ ਨਾਮ ਭਾਵ ਕੇ ਮਨ ਦੇਣਾ ਪੈਂਦਾ ਹੈ, ਮਨ ਹਾਜ਼ਰ ਕਰਨਾ ਪੈਂਦਾ, ਫਿਰ ਗੱਲ ਬਣਦੀ ਹੈ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਬਾਹਰ ਨਦੀ ਦੇ ਕਿਨਾਰੇ ਭਗਤੀ ਕਰ ਰਹੇ ਸੀ ਤੇ ਜਿਹੜੀ ਘਰ ਛੰਨ ਸੀ ਨਾ, ਛਪਰੀ, ਉਹਨੂੰ ਅੱਗ ਲੱਗ ਗਈ। ਅੱਗ ਲੱਗ ਗਈ ਤੇ ਸੜ ਗਈ। ਕੁਝ ਗੁਆਂਢੀਆਂ ਨੇ ਸਮਾਨ ਵਿੱਚੋਂ ਕੱਢ ਕੇ ਬਚਾਇਆ। ਫਿਰ ਨਾਮਦੇਵ ਜੀ ਨੂੰ ਦੱਸਿਆ ਕਿ ਭਗਤ ਜੀ ਤੁਸੀਂ ਬੰਦਗੀ ਕਰੀ ਜਾਂਦੇ ਹੋ, ਤੁਹਾਡੀ ਛੰਨ ਸਾਰੀ ਸੜ ਗਈ ਹੈ। ਭਗਤ ਨਾਮਦੇਵ ਜੀ ਆਏ, ਜਿਹੜਾ ਸਮਾਨ ਬਚਿਆ ਸੀ ਨਾ, ਲੋਕਾਂ ਨੇ ਬਚਾਇਆ, ਵਿੱਚ ਸੁੱਟ ਦਿੱਤਾ। ਲੋਕਾਂ ਨੇ ਕਿਹਾ ਕਿ ਤਾਂ ਸਮਾਨ ਤੇਰਾ ਅਸੀਂ ਬਚਾਇਆ, ਤੂੰ ਇਹ ਵੀ ਸਾੜੀ ਜਾਂਦਾ। ਕਹਿਣ ਲੱਗਾ ਆਪੇ ਪਾਵ ਗਿਆ ਪੇ ਪਵਨਾ, ਜਾਰੇ ਖਸਮਤਾ ਰਾਖੇ ਕਮਨਾ। ਜੋ ਪਰਮੇਸ਼ਰ ਅੱਗ ਰੂਪ ਹੋ ਕਰਕੇ ਮੇਰੇ ਘਰ ਵਿੱਚ ਆਣ ਕੇ ਸਾੜਨ ਲੱਗ ਪਿਆ, ਫਿਰ ਕੌਣ ਬਚਾ ਸਕਦਾ? ਸਾੜ ਲੈਣ ਦਿਓ। ਉਹ ਅੱਗ ਦੇ ਵਿੱਚੋਂ ਭਗਤ ਨਾਮਦੇਵ ਜੀ ਨੂੰ ਨਾ ਪਰਮੇਸ਼ਰ ਦੇ ਦਰਸ਼ਨ ਹੋਏ। ਜੱਫੀ ਦੇ ਵਿੱਚ ਲੈ ਲਿਆ ਕਿ ਭਗਤ ਨਾਮਦੇਵ ਤੂੰ ਮੈਨੂੰ ਅੱਗ ਵੀ ਜਾਣ ਲਿਆ ਕਿ ਅੱਗ। ਕਹਿਣ ਲੱਗਾ ਮੇਰੇ ਘਰ ਦੇ ਵਿੱਚ ਕੋਈ ਆ ਹੀ ਨਹੀਂ ਸਕਦਾ ਤੇਰੇ ਤੋਂ ਬਗੈਰ। ਫਿਰ ਇਵੇਂ ਹੋਇਆ ਕਿ ਭਗਤ ਨਾਮਦੇਵ ਜੀ ਜਿਹੜੀ ਉਹ ਛੰਨ ਸੀ ਨਾ, ਛਪਰੀ, ਉਹ ਪਰਮੇਸ਼ਰ ਨੇ ਇੱਕ ਤਰਖਾਣ ਦਾ ਰੂਪ ਧਾਰਨ ਕਰਕੇ ਤੇ ਆਪ ਬਣਾ ਦਿੱਤੀ, ਸਾਰੀ ਤਿਆਰ ਕਰ ਦਿੱਤੀ, ਬੜੀ ਸੋਹਣੀ ਬਣ ਗਈ। ਜਿੰਨੀਆਂ ਲਾਗੇ ਹੋਰ ਲੋਕਾਂ ਦੀਆਂ ਛਪਰੀਆਂ ਸੀ, ਉਹਨਾਂ ਦੇ ਨਾਲ ਸੋਹਣੀ ਬਣੀ। ਤਾਂ ਲਾਗੇ ਇੱਕ ਗਵਾਂਢਣ ਸੀ,
ਭਗਤ ਨਾਮਦੇਵ ਜੀ ਦੀ ਉਹ ਆ ਗਈ। ਇਹ ਬਾਣੀ ਦੇ ਵਿੱਚ ਵੀ ਸ਼ਬਦ ਆਉਂਦਾ, ਪਾੜ ਪੜੋਸਣ ਪੂਛ ਦੇ ਨਾਮਾ ਕਾ ਪਹਿਛਾਨ ਸ਼ਵਾਈ ਹੋ। ਕਿ ਪਾਰਲੀ ਲਾਗੇ ਜੀ ਗਵੰਡ ਸੀ, ਪੜੋਸਣ ਨਾਮ ਹੁੰਦਾ ਗਵੰਡਨ ਦਾ, ਉਹ ਗਵੰਡਣ ਆ ਗਈ। ਉਹਨੇ ਭਗਤ ਨਾਮਦੇਵ ਜੀ ਨੂੰ ਪੁੱਛਿਆ, ਨਾਮਿਆ ਆ ਜਿਹੜੀ ਛਪੜੀ ਬਣਾਈ ਹੈ ਕਿਹੜੇ ਤਰਖਾਣ ਨੇ ਬਣਾਈ ਹੈ, ਕਿਹੜੇ ਮਿਸਤਰੀ ਨੇ ਬਣਾਈ ਹੈ? ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਛਾਨ ਸ਼ਵਾਈ ਹੋ। ਭਗਤ ਨਾਮਦੇਵ ਜੀ ਕਹਿਣ ਲੱਗੇ, ਭੈਣਾ ਤੂੰ ਕੀ ਕਹਿਣਾ, ਜਿੱਥੋਂ ਮਰਜ਼ੀ ਬਣਾਈ ਹੋਵੇ, ਕਾਰੀਗਰ ਨੇ ਬਣਾਈ ਹੈ। ਕਹਿਣ ਲੱਗੇ, ਨਹੀਂ ਤੋ ਪੈ ਦੁਗਣੀ ਮਜ਼ਦੂਰੀ ਦਾ ਹੋ, ਮੋਕੋ ਬੇਟੀ ਦੇਹੁ ਬਤਾਈ ਹੋ। ਇਹ ਨਾਮਿਆ ਨਾਮਦੇਵ ਮੈਨੂੰ ਮਿਸਤਰੀ ਕਾਰੀਗਰ ਤਰਖਾਣ ਦੱਸ ਦੇ, ਤੇਰੇ ਤੋਂ ਵੱਧ ਮਜ਼ਦੂਰੀ ਉਸ ਨੂੰ ਪੈਸੇ ਮੈਂ ਦੇਵਾਂਗੀ ਤੇ ਮੈਂ ਵੀ ਉਹਦੇ ਕੋਲੋਂ ਛੰਨ ਬਣਾਉਣੀ ਹੈ। ਇਸ ਕਰਕੇ ਮੈਨੂੰ ਕਾਰੀਗਰ ਦਾ ਉਹ ਨਾਮ ਦੱਸ ਦੇ ਕਿ ਕਿਹੜਾ ਕਾਰੀਗਰ ਹੈ। ਤਾਂ ਭਗਤ ਨਾਮਦੇਵ ਜੀ ਸੁਣ ਕਰਕੇ ਕਹਿਣ ਲੱਗੇ, ਜਿਸ ਤਰ੍ਹਾਂ ਉਹਨੇ ਭਜਨ ਕੀਤਾ, ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਛਾਨ ਸ਼ਵਾਈ ਹੋ, ਤੋ ਪੈ ਦੁਗਣੀ ਮਜ਼ਦੂਰੀ ਦਹਿ ਮੋਕੋ ਬੇਟੀ ਦੇਹੁ ਬਤਾਈ ਹੋ। ਤੇ ਭਗਤ ਨਾਮ ਜੀ ਕਹਿਣ ਲੱਗੇ, ਰੀ ਬਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਹਿਓ ਸਮਾਈ, ਹਮਾਰੇ ਬੇਟੀ ਪ੍ਰਾਣ ਆਧਾਰਾ। ਕਹਿਣ ਲੱਗਾ ਉਹ ਜਿਹੜਾ ਕਾਰੀਗਰ ਹੈ ਨਾ, ਉਹ ਇਸ ਤਰ੍ਹਾਂ ਨਹੀਂ ਦੇ ਸਕਦਾ, ਉਹ ਇਸ ਤਰ੍ਹਾਂ ਨਹੀਂ ਲੱਭਣਾ। ਕਹਿਣ ਲੱਗੀ ਕਿਵੇਂ ਮਿਲਣਾ? ਕਹਿੰਦੇ ਬੇਟੀ ਪ੍ਰੀਤ ਮਜ਼ਦੂਰੀ ਮੰਗੈ, ਜੇ ਕੋ ਸ਼ਾਨ ਸ਼ਵਾਵੇ ਹੋ। ਕਹਿਣ ਲੱਗੇ ਉਹਨੇ ਪ੍ਰੇਮ ਦੀ ਮਜ਼ਦੂਰੀ ਦਿੰਦਾ, ਉਹ ਜਿਹੜਾ ਸਾਡਾ ਕਾਰੀਗਰ ਹੈ ਨਾ ਮਿਸਤਰੀ, ਉਹਨੂੰ ਕੇਵਲ ਪ੍ਰੇਮ ਦੀ ਮਜ਼ਦੂਰੀ ਚਾਹੀਦੀ ਹੈ। ਬੇਟੀ ਪ੍ਰੀਤ ਮਜ਼ਦੂਰੀ ਮੰਗਾ, ਜੇ ਕੋ ਸ਼ਾਨ ਸ਼ਵਾਵੇ। ਜਿਹਨੇ ਕੋਈ ਛੰਨ ਬਣਾਉਣੀ ਹੈ ਉਹਨੂੰ ਪ੍ਰੇਮ ਕਰਨਾ ਪੈਣਾ, ਪ੍ਰੇਮ ਦੀ ਮਜ਼ਦੂਰੀ। ਪ੍ਰੇਮ ਦੇ ਜਿਹਨੇ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿਣ ਲੱਗੇ ਸਾਡੀ ਤਾਂ ਪਰਮੇਸ਼ਰ ਨੇ ਮਿਸਤਰੀ ਰੂਪ ਕਾਰੀਗਰ ਰੂਪ ਹੋ ਕਰਕੇ ਮੇਰੀ ਛੰਨ ਬਣਾਈ ਹੈ। ਇਹ ਭੈਣਾ ਜੇ ਤੂੰ ਵੀ ਆਪਣੀ ਛੰਨ ਬਣਾਉਣੀ ਹੈ ਨਾ, ਫਿਰ ਪ੍ਰੀਤ ਕਰ ਪਰਮੇਸ਼ਰ ਦੇ ਨਾਲ, ਉਹਨੂੰ ਪ੍ਰੇਮ ਕਰਕੇ ਯਾਦ ਕਰ, ਤੇ ਫਿਰ ਤੇਰੀ ਜਿਹੜੀ ਛੰਨ ਪਰਮੇਸ਼ਰ ਨੇ ਆਪ ਹੀ ਆਣ ਕੇ ਬਣਾ ਦੇਣੀ, ਫਿਰ ਸੱਦਣ ਦੀ ਲੋੜ ਨਹੀਂ, ਉਹਨੇ ਆਪਣੇ ਆਪ ਹੀ ਆ ਜਾਣਾ। ਸੋ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਰਾਜਨ ਜਿਹੜਾ ਤੂੰ ਸਾਨੂੰ ਦੇ ਰਿਹਾ ਨਾ ਕੰਚਨ ਸੋਨਾ, ਸੋਨੇ ਦੀਆਂ ਮੋਹਰਾਂ, ਇਹਦੇ ਤੋਲ ਦੇ ਨਾਲ ਪਰਮੇਸ਼ਰ ਨਹੀਂ ਮਿਲਣਾ, ਸਖਿਆ ਅਧਿਕਾਰ ਨਹੀਂ ਹੋਣਾ। ਇਹ ਤਾਂ ਮਿੱਟੀ ਹੈ, ਤਾਂ ਨਾਸਵੰਤ ਹੈ, ਤਾਂ ਮਨ ਦੇਣਾ ਪੈਣਾ। ਮਨ ਪਰਮੇਸ਼ਰ ਨੂੰ ਦੇਣਾ ਪੈਣਾ, ਫਿਰ ਇਹ ਗੱਲ ਬਣਨੀ ਹੈ। ਫਿਰ ਜਿਹੜਾ ਪਰਮੇਸ਼ਰ ਹੈ ਫਿਰ ਉਹ ਅਸਵੀਕਾਰ ਹੋਣਾ ਹੈ, ਫਿਰ ਉਹਨੇ ਸਖਿਆਤਕਾਰ ਹੋਣਾ, ਉਹਨਾਂ ਚਿਰ ਨਹੀਂ। ਛੇਵੇਂ ਪਾਤਸ਼ਾਹ ਆਗਰੇ ਦੇ ਵਿੱਚ ਸੀ। ਜਹਾਂਗੀਰ ਬਾਦਸ਼ਾਹ ਦੇ ਨਾਲ ਸ਼ਿਕਾਰ ਖੇਡਣ ਗਏ। ਸ਼ਿਕਾਰ ਖੇਡ ਕੇ ਬਾਹਰ ਜੰਗਲ ਦੇ ਵਿੱਚ ਬੈਠ ਗਏ। ਗੁਰੂ ਮਹਾਰਾਜ ਜੀ ਇੱਕ ਰੁੱਖ ਥੱਲੇ ਹੈ, ਜਹਾਂਗੀਰ ਬਾਦਸ਼ਾਹ ਹੋਰ ਕਿਸੇ ਜਗ੍ਹਾ ਤੇ। ਉਸ ਇਲਾਕੇ ਦਾ ਇੱਕ ਗਰੀਬ ਸਿੱਖ ਸੀ, ਉਹਨੂੰ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਆਏ। ਉਹਨੇ ਘਾਹ ਖੋਤਿਆ, ਪੰਡ ਵੱਡੀ, ਬਾਜ਼ਾਰ ਦੇ ਵਿੱਚ ਵੇਚਿਆ ਤੇ 1 ਟਕਾ ਮਿਲਿਆ। ਤੇ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਤੇ ਪਹਿਲਾਂ ਭੁਲੇਖੇ ਦੇ ਨਾਲ, ਕਿਉਂ ਕਰਕੇ ਪਹਿਲੀ ਵਾਰ ਦਰਸ਼ਨ ਕਰਨੇ ਸੀ ਸਿੱਖ ਨੇ, ਤੇ ਜਹਾਂਗੀਰ ਬਾਦਸ਼ਾਹ ਦੇ ਕੋਲ ਚਲੇ ਗਏ, ਟਕਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਜਹਾਂਗੀਰ ਬਾਦਸ਼ਾਹ ਕਹਿਣ ਲੱਗਾ, ਸਿੱਖਾ ਕੀ ਚਾਹੀਦਾ? ਕਹਿਣ ਲੱਗਾ, ਜੀ ਕੁਝ ਨਹੀਂ ਚਾਹੀਦਾ, ਮੁਕਤੀ ਚਾਹੀਦੀ। ਬਾਦਸ਼ਾਹ ਹੈਰਾਨ ਹੋ ਗਿਆ, ਕਹਿਣ ਲੱਗਾ, ਕੋਈ ਪਿੰਡ ਕੋਈ ਇਲਾਕਾ ਤੇਰੇ ਨਾਂ ਕਰ ਦੇਣਾ ਹੈ, ਕੋਈ ਜ਼ਗੀਰ ਦੇ ਦੇਣਾ ਹੈ? ਕਹਿਣ ਲੱਗਾ, ਨਹੀਂ ਜੀ ਮੈਨੂੰ ਮੁਕਤੀ ਚਾਹੀਦੀ ਹੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਬਾਦਸ਼ਾਹ ਕਹਿਣ ਲੱਗਾ, ਫਿਰ ਤੂੰ ਮੇਰੇ ਕੋਲ ਭੁਲੇਖੇ ਦੇ ਨਾਲ ਆ ਗਿਆ, ਜਿਹੜਾ ਮੁਕਤੀ ਦਾ ਦਾਤਾ ਉਹ ਅੱਗੇ ਹੈ। ਤੇ ਟਕਾ ਅੱਗੋਂ ਚੁੱਕ ਲਿਆ।
ਟਕਾ ਅੱਗੇ ਚੁੱਕ ਕੇ ਤੇ ਜਿੱਧਰ ਛੇਵੇਂ ਪਾਤਸ਼ਾਹ ਬੈਠੇ ਸੀ ਨਾ ਉਧਰ ਨੂੰ ਚੱਲ ਪਿਆ। ਤੇ ਜਹਾਂਗੀਰ ਬਾਦਸ਼ਾਹ ਵੀ ਦੱਬੇ ਦੱਬੇ ਪੈਰ ਮਗਰ ਚੱਲ ਪਿਆ। ਜਦੋਂ ਜਾ ਕੇ ਗੁਰਦੇਵ ਜੀ ਨੂੰ ਮੱਥਾ ਟੇਕਿਆ, ਸਿੱਖ ਨੂੰ ਸਤਿਗੁਰਾਂ ਨੇ ਸੁਖ ਸ਼ਾਨ ਪੁੱਛੀ। ਮਹਾਰਾਜ ਕਹਿਣ ਲੱਗੇ ਕੀ ਭਾਵਨਾ ਹੈ? ਕਹਿਣ ਲੱਗਾ ਮਹਾਰਾਜ ਜਨਮ ਮਰਨ ਕੱਟ ਦਿਓ, ਮੁਕਤੀ ਦੇ ਦਿਓ। ਮਹਾਰਾਜ ਖੁਸ਼ ਹੋ ਗਏ, ਕਹਿਣ ਲੱਗੇ ਤੇਰਾ ਜਨਮ ਮਰਨ ਕੱਟਿਆ, ਤੈਨੂੰ ਮੁਕਤ ਕੀਤਾ। ਇੰਨੇ ਚਿਰ ਨੂੰ ਬਾਦਸ਼ਾਹ ਕੋਲ ਪਹੁੰਚ ਗਿਆ, ਕਹਿਣ ਲੱਗਾ ਮਹਾਰਾਜ ਇੰਨੀ ਮੁਕਤੀ ਸਸਤੀ, ਇੰਨਾ ਜਨਮ ਮਰਨ ਕੱਟਣਾ ਇੰਨਾ ਸੌਖਾ, ਇੰਨਾ ਸਸਤਾ। ਮਹਾਰਾਜ ਕਹਿਣ ਲੱਗੇ ਕਿਉਂ? ਮਹਾਰਾਜ ਇੱਕ ਟਕਾ ਤੇ ਨੇ ਮੱਥਾ ਟੇਕਿਆ ਹੈ, ਕੋਈ ਬਹੁਤੀ ਵੱਡੀ ਜ਼ਿਆਦੀ ਭੇਟਾ ਨਹੀਂ, ਤੇ ਤੁਸੀਂ ਮੁਕਤੀ ਦੇ ਦਿੱਤੀ ਹੈ, ਕੋਈ ਜਨਮ ਮਰਨ ਕੱਟ ਦਿੱਤਾ। ਮਹਾਰਾਜ ਕਹਿਣ ਲੱਗੇ ਟਕੇ ਨੂੰ ਨਹੀਂ, ਟਕੇ ਨੂੰ ਮੁਕਤੀ ਨਹੀਂ ਮਿਲੀ, ਇਹਦੇ ਪ੍ਰੇਮ ਨੂੰ ਮਿਲੀ। ਇਹਨੇ ਪ੍ਰੇਮ ਕੀਤਾ ਸਾਡੇ ਨਾਲ। ਤੇਰੇ ਕੋਲ ਤਾਂ ਗਿਆ ਹੀ ਸੀ ਨਾ, ਤੇਰੇ ਕੋਲ ਗਿਆ, ਤੂੰ ਜਗੀਰਾਂ ਦੇਤੀਆਂ, ਤੂੰ ਰਾਜ ਦੇਣ ਨੂੰ ਤਿਆਰ ਸਾ, ਉਹ ਇਹਨੇ ਪ੍ਰਵਾਨ ਨਹੀਂ ਕੀਤਾ, ਇਹਨੇ ਸਾਡੇ ਨਾਲ ਪ੍ਰੇਮ ਕੀਤਾ। ਇਹਦੇ ਅੰਦਰ ਦੀ ਜਿਹੜੀ ਭਾਵਨਾ ਹੈ, ਅੰਦਰ ਦਾ ਜਿਹੜਾ ਖਿਆਲ ਹੈ ਨਾ, ਉਹਨੂੰ ਮੁਕਤੀ ਦਿੱਤੀ ਹੈ। ਇਹਨੂੰ ਪ੍ਰੇਮ ਦੇ ਨਾਲ ਇਹ ਸਾਡੇ ਕੋਲ ਆਇਆ ਹੈ। ਇਹਨੇ ਆਪਣਾ ਮਨ ਸਾਨੂੰ ਦਿੱਤਾ ਹੈ, ਤਨ ਮਨ ਅਰਪਿਆ, ਇਸ ਕਰਕੇ ਮੁਕਤੀ ਦਿੱਤੀ ਹੈ। ਇੱਥੇ ਕਹਿ ਰਹੇ ਨੇ ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਬੀਰ ਸਾਹਿਬ ਜੀ ਰਾਜੇ ਨੂੰ ਕਹਿ ਰਹੇ ਨੇ ਇਹ ਸੋਨੇ ਦੇ ਨਾਲ ਨਹੀਂ, ਇਹ ਮੋਹਰਾਂ ਦੇ ਨਾਲ ਗੱਲ ਨਹੀਂ ਬਣਨੀ, ਇਹ ਤਾਂ ਮਨ ਦੇਣਾ ਪੈਣਾ, ਮਨ ਤੇ ਤਨ ਦੇਣਾ ਪੈਣਾ, ਅਰਪਣ ਕਰਨਾ ਪੈਣਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ। ਫਿਰ ਉਹ ਜਿਹੜਾ ਪਰਮੇਸ਼ਰ ਹੈ ਉਹ ਫਿਰ ਵਸੀਕਾਰ ਹੁੰਦਾ ਹੈ। ਉਹਨਾਂ ਚਿਰ ਨਾਮ ਨਹੀਂ ਮਿਲਦਾ, ਕਿਉਂ ਕਰਕੇ ਅਹਟ ਸਾਜ ਸਾਜ ਪ੍ਰਾਨ ਸੁਧ ਹੈ, ਕਰੇ ਵੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ, ਕਹੈ ਨਾਨਕ ਦਾਸ। ਕਹਿਣ ਲੱਗੇ ਇਸ ਵਾਸਤੇ ਨਾਮ ਦੀ ਵਡਿਆਈ ਉਹ ਇਸ ਤਰ੍ਹਾਂ ਨਹੀਂ ਮਿਲਦਾ, ਤਾਂ ਸੇਵਾ ਸਿਮਰਨ ਨਿਮਰਤਾ ਭਾਵਨਾ ਦੇ ਨਾਲ ਜਿਹੜਾ ਮਿਲਦਾ ਹੈ, ਉਸ ਤਰ੍ਹਾਂ ਇਹ ਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਤੂੰ ਕਵੇਂ ਕਿ ਮੈਂ ਕਬੀਰ ਨੂੰ ਜਿਹੜਾ ਹੈ ਮੋਹਰਾਂ ਦੇ ਕਰਕੇ, ਸੋਨਾ ਹਾਜ਼ਰ ਕਰਕੇ ਤੇ ਪਰਮੇਸ਼ਰ ਨੂੰ ਜਿਹੜਾ ਆਪਣੇ ਵਸ ਕਰ ਲਵਾਂ, ਇਸ ਤਰ੍ਹਾਂ ਨਹੀਂ ਹੋ ਸਕਦਾ ਭਈ। ਪਰਮੇਸ਼ਰ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਪਾਰਾਵਾਰ ਤੋਂ ਰਹਿਤ ਹੈ। ਉਹ ਤਾਂ ਕੇਵਲ ਪ੍ਰੇਮ ਦਾ ਭੁੱਖਾ ਹੈ, ਉਹ ਤਾਂ ਕੇਵਲ ਭਾਵਨਾ ਦਾ ਭੁੱਖਾ, ਗੋਬਿੰਦ ਭਾਉ ਭਗਤ ਕਾ ਭੁੱਖਾ, ਉਹ ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹੈ, ਹੋਰ ਨਹੀਂ। ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਵਿੱਚ ਸਜੇ ਹੋਏ, ਬੜੀਆਂ ਕਤਾਰਾਂ ਸਿੱਖਾਂ ਦੀਆਂ ਦਰਸ਼ਨ ਕਰਨ ਵਾਸਤੇ ਇਹਦੇ ਲੱਗੀਆਂ, ਤੇ ਸਭ ਤੋਂ ਮਗਰ ਇੱਕ ਗਰੀਬ ਸਿੱਖ ਹੈ। ਉਹਨੇ ਕੀ ਵੇਖਿਆ? ਉਹਦੇ ਹੱਥ ਦੇ ਵਿੱਚ ਟਕਾ ਇੱਕ ਭੇਟਾ ਚੜਾਉਣ ਵਾਸਤੇ, ਤੇ ਜਿਹੜੇ ਅਗਲੇ ਸਿੱਖ ਹੈ ਨਾ, ਉਹਨਾਂ ਦੇ ਕੋਲ ਬੜੀਆਂ ਮਹਿੰਗੀਆਂ ਮਹਿੰਗੀਆਂ ਭੇਟਾਂ ਨੇ। ਕਿਸੇ ਦੇ ਕੋਲ ਸੋਨਾ ਹੈ, ਚਾਂਦੀ ਹੈ, ਬਸਤਰ ਹੈ, ਮਾਇਆ ਹੈ, ਹੋਰ ਰਸਤਾਂ ਬਸਤਾਂ ਨੇ। ਉਸ ਜਦੋਂ ਸਾਰੇ ਸਿੱਖਾਂ ਦੀਆਂ ਭੇਟਾਂ ਵੇਖੀਆਂ ਕਿ ਮੇਰੇ ਅੱਗੇ ਜਿੰਨੇ ਵੀ ਸਿੱਖ ਨੇ ਬੜੀਆਂ ਜ਼ਿਆਦੀਆਂ ਭੇਟਾਂ ਲੈ ਕੇ ਆਏ ਨੇ, ਤੇ ਮਨ ਦੇ ਵਿੱਚ ਖਿਆਲ ਆ ਗਿਆ ਸਿੱਖ ਦੇ ਗਰੀਬ ਦੇ ਕਿ ਪਹਿਲੀ ਤੇ ਗੱਲ ਪਤਾ ਨਹੀਂ ਮਹਾਰਾਜ ਜੀ ਦੇ ਕੋਲ ਮੇਰੇ ਕੋਲ ਪਹੁੰਚਿਆ ਜਾਣਾ ਕਿ ਨਹੀਂ ਪਹੁੰਚਿਆ ਜਾਣਾ, ਲਾਈਨ ਬੜੀ ਲੰਮੀ ਹੈ। ਤੇ ਮੈਂ ਜਾ ਕੇ ਜਿੱਥੇ ਇੰਨੀਆਂ ਭੇਟਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਢੇਰ ਲੱਗ ਰਹੇ ਨੇ, ਤੇ ਮੇਰੇ ਟਕੇ ਦੇ ਵੱਲੇ ਮਹਾਰਾਜ ਨੇ ਕਿਹੜਾ ਕੋਈ ਖਿਆਲ ਕਰਨਾ, ਇਹਦੇ ਵੱਲੇ ਮਹਾਰਾਜ ਕਿੱਥੇ ਧਿਆਨ ਦੇਣਗੇ, ਤੇ ਮੇਰਾ ਜਨਮ ਮਰਨ ਕਿਸ ਤਰ੍ਹਾਂ ਜਿਹੜਾ ਮੁੱਕੇਗਾ। ਉਹਦਾ ਮਨ ਦੇ ਵਿੱਚ ਕੀ ਉਹ ਖਿਆਲ ਆਵੇਗਾ, ਉੱਥੋਂ ਮੁੜ ਜਾਵਾਂ, ਕੀ ਟਕਾ ਮਹਾਰਾਜ ਨੂੰ ਮੱਥਾ ਟੇਕਾਂਗਾ, ਕੀ ਕਰਾਂ। ਪਰ ਉਧਰ ਅੰਤਰਜਾਮੀ ਮੋਰ ਪ੍ਰਭ ਸਭ ਵਿਦ ਜਾਣਨਹਾਰ, ਸਿੱਖ ਦੀ ਭਾਵਨਾ ਨੂੰ ਜਾਣ ਗਏ, ਪ੍ਰੇਮ ਨੂੰ ਜਾਣ ਗਏ। ਹਾਜ਼ਰੀ ਦੇ ਵਿੱਚ ਜਿਹੜਾ ਖੜਾ ਸਿੰਘ ਸੀ ਉਹਨੂੰ ਮਹਾਰਾਜ ਕਹਿਣ ਲੱਗੇ, ਜਿਹੜਾ ਸਭ ਤੋਂ ਪਿੱਛੇ ਸਿੱਖ ਨੂੰ ਸਾਡੇ ਕੋਲ ਲੈ। ਜਦੋਂ ਸਿੱਖ ਨੇ ਜਾ ਕੇ ਕਤਾਰ ਦੇ ਵਿੱਚੋਂ ਬਾਹਰ ਕੱਢਿਆ ਤੇ ਉਹ ਹੋਰ ਡੋਰ ਗਿਆ ਕਿ ਮੈਂ ਤਾਂ ਜੇ ਪਹੁੰਚਿਆ ਨਹੀਂ, ਸਿੱਖਾਂ ਨੇ ਬਾਹਰ ਪਹਿਲਾਂ ਹੀ ਮੈਨੂੰ ਕਤਾਰ ਦੇ ਵਿੱਚੋਂ ਕੱਢ ਦਿੱਤਾ ਬਾਹਰ। ਸਿੱਖ ਨੇ ਕਿਹਾ ਨਹੀਂ, ਤੈਨੂੰ 10ਵੇਂ ਪਾਤਸ਼ਾਹ ਯਾਦ ਕਰਦੇ ਤੋਂ ਪਹਿਲਾਂ ਆ ਜਾ ਕੋਲ।
ਹੈ, ਮੈਨੂੰ ਪਹਿਲਾਂ ਯਾਦ ਕਰਦੇ, ਨੇਤਰਾਂ ਦੇ ਪਿਆਰ ਦਾ ਜਲ ਆ ਗਿਆ, ਹੋਰ ਗਦਾ ਗਦ ਹੋ ਗਿਆ, ਨੇਤਰ ਜਲ ਦੇ ਨਾਲ ਭਰ ਗਏ। ਉਹ ਸਿੱਖ ਬਾਹੋਂ ਪਕੜ ਕੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਾਣ ਕੇ ਹਾਜ਼ਰ ਕੀਤਾ ਨਾ, ਮਹਾਰਾਜ ਕਹਿਣ ਲੱਗੇ, ਸਿੱਖਾ ਛੇਤੀ ਕਰ, ਸਾਡੀ ਭੇਟਾ ਹਾਜ਼ਰ ਕਰ। ਅਸੀਂ ਤਾਂ ਬੜੇ ਚਿਰ ਦੀ ਤੇਰੀ ਭੇਟਾ ਡੀਕ ਰਹੇ ਹਾਂ, ਤੂੰ ਸਾਨੂੰ ਜਿਹੜੀ ਭੇਟਾ ਹਾਜ਼ਰ ਕਰ। ਕਹਿੰਦੇ ਕਿ ਜਦੋਂ ਪਹਿਲੇ ਸਿੱਖ ਕੋਈ ਮਾਇਆ ਸੋਨਾ ਭੇਟਾ ਚੜ੍ਹਦੀ ਸੀ ਨਾ, ਮਹਾਰਾਜ ਥੱਲੇ ਰਖਾਈ ਜਾਂਦੀ ਸੀ, ਉਹਦੀ ਭੇਟਾ ਹੱਥ ਦੇ ਵਿੱਚ ਮਹਾਰਾਜ ਜੀ ਨੇ ਲੈ ਲਈ, ਹੱਥ ਦੇ ਵਿੱਚ ਫੜੀ। ਮਹਾਰਾਜ ਕਹਿਣ ਲੱਗੇ, ਜਾ ਸਿੱਖਾ, ਤੇਰਾ ਪਿਆਰ ਸੀ, ਭਾਵਨਾ ਸੀ, ਤੇਰਾ ਜਨਮ ਮਰਨ ਕੱਟਿਆ, ਤੂੰ ਜਨਮ ਮਰਨ ਦੇ ਵਿੱਚ ਨਹੀਂ ਆਵੇਂਗਾ, ਸਦਾ ਹੀ ਸੁਖੀ ਰਵੇਂਗਾ। ਤੂੰ ਸਾਡੇ ਨਾਲ ਪ੍ਰੇਮ ਕੀਤਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਪਰਮੇਸ਼ਰ ਪ੍ਰੇਮ ਦੇ ਨਾਲ ਵਸੀਕਾਰ ਹੁੰਦਾ ਹੈ, ਸੋਨੇ ਆਦਿਕਾਂ ਦੇ ਨਾਲ ਨਹੀਂ। ਜਿਸ ਤਰ੍ਹਾਂ ਇੱਥੇ ਕਬੀਰ ਸਾਹਿਬ ਜੀ ਰਾਜੇ ਨੂੰ ਕਹਿ ਰਹੇ ਨੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਸੋਨੇ ਦੀਆਂ ਮੋਹਰਾਂ ਦੇ ਨਾਲ ਤੋਲ ਪਾ ਕੇ ਨਾ ਫਿਰ ਪਰਮੇਸ਼ਰ ਨਹੀਂ ਪ੍ਰਾਪਤ ਹੋਣਾ, ਤੇ ਮਨ ਦੇਣਾ ਪੈਣਾ, ਆਪਣਾ ਹਿਰਦਾ ਪਰਮੇਸ਼ਰ ਨੂੰ ਅਰਪਣ ਕਰਨਾ ਪੈਣਾ ਹੈ, ਆਪਣਾ ਆਪ ਸਮਰਪਿਤ ਕਰਨਾ ਪੈਣਾ ਹੈ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਧਨ ਦੇ ਨਾਲ ਨਹੀਂ, ਕੋਈ ਮਾਇਆ ਦੇ ਨਾਲ ਨਹੀਂ, ਸੋਨੇ ਦੇਣ ਦੇ ਨਾਲ ਨਹੀਂ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਪ੍ਰੇਮ ਦੀ ਵਸੀਕਾਰ ਹੈ, ਪ੍ਰੇਮ ਦੇ ਅਧੀਨ ਹੈ। ਜਿਸ ਤਰ੍ਹਾਂ ਆਗਰੇ ਦੇ ਵਿੱਚ 6ਵੇਂ ਪਾਤਸ਼ਾਹ ਸੀ ਨਾ, ਆਗਰੇ ਦੇ ਵਿੱਚ ਇੱਕ ਘਰ ਸੀ, ਆਗਰੇ ਸ਼ਹਿਰ ਦੇ ਵਿੱਚ ਇੱਕ ਘਰ, ਤੇ ਉਹਨਾਂ ਦੀ ਘਰ ਵਾਲਿਆਂ ਦੀ ਜਿਹੜੀ ਬੀਬੀ ਨੌਂ ਹੈ ਨਾ, ਉਹ ਇੱਕ ਗੁਰੂ ਕੇ ਸਿੱਖ ਦੀ ਲੜਕੀ ਸੀ, ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ, ਤੇ ਉਹਦੀ ਲੜਕੀ ਸੀ, ਪੁੱਤਰੀ ਸੀ। ਉਹ ਐਸੇ ਘਰ ਦੇ ਵਿੱਚ ਵਿਆਹੀ ਗਈ, ਨਾਸਤਕ, ਬੇਮੁਖ, ਜਿਹੜੇ ਗੁਰੂ ਘਰ ਨੂੰ ਮੰਨਦੇ ਹੀ ਨਹੀਂ, ਜਿਹੜੇ ਗੁਰੂ ਘਰ ਦੇ ਵਿੱਚ ਜਾਂਦੇ ਹੀ ਨਹੀਂ ਸੀ, ਨਾ ਉਹਨੂੰ ਜਾਣ ਦੇਣਾ, ਨਾ ਕੋਈ ਬਾਣੀ ਪੜ੍ਹਨ ਦੇਣੀ। ਤੇ ਜਦੋਂ 6ਵੇਂ ਪਾਤਸ਼ਾਹ ਆਗਰੇ ਦੇ ਵਿੱਚ ਹੈ ਨਾ, ਤੇ ਉਸ ਬੀਬੀ ਨੇ ਸੋਚਿਆ ਕਿ ਇਹ ਮੇਰਾ ਪਰਿਵਾਰ ਜਿਹੜਾ, ਇਹਨਾਂ ਦਾ ਦਰਸ਼ਨ ਕਰਨ ਜਾਣ ਨਹੀਂ ਦੇਣਾ, ਇਹ ਤਾਂ ਆਪ ਮੰਨਦੇ ਨਹੀਂ ਹੈ। ਤੇ ਮਨ ਕਰਕੇ ਰੋਜ਼ ਹੀ ਯਾਦ ਕਰਦੀ, ਸੱਚੇ ਪਾਤਸ਼ਾਹ ਗਰੀਬ ਨਵਾਜ਼, ਜੇ ਆਪ ਕਿਰਪਾ ਕਰਕੇ ਮੈਨੂੰ ਇੱਥੇ ਹੀ ਆਣ ਕੇ ਦਰਸ਼ਨ ਦੇ ਦਿਓ, ਤੇ ਮੇਰਾ ਜਨਮ ਮਰਨ ਕੱਟਿਆ ਜਾਵੇਗਾ, ਆਪ ਕਿਰਪਾ ਕਰ ਦਿਓ, ਇਹਨਾਂ ਤੇ ਮੈਨੂੰ ਆਉਣ ਨਹੀਂ ਦੇਣਾ, ਆਪ ਹੀ ਰਹਿਮਤਾਂ ਦੇ ਘਰ ਦੇ ਵਿੱਚ ਆ ਜਿਓ। ਕੁਝ ਦਿਨ ਮਹਾਰਾਜ ਜੀ ਰਹੇ ਸੀ ਨਾ ਆਗਰੇ ਦੇ ਵਿੱਚ। ਇੱਕ ਦਿਨ ਫਿਰ ਉਹਦੀ ਅਰਦਾਸ ਪ੍ਰਵਾਨ ਹੋ ਹੀ ਗਈ। ਜਹਾਂਗੀਰ ਬਾਦਸ਼ਾਹ ਦੇ ਨਾਲ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ਼ਿਕਾਰ ਨੂੰ ਚੜ੍ਹੇ ਨਾ, ਜੰਗਲ ਨੂੰ ਤੁਰਨ ਲੱਗੇ, ਮਹਾਰਾਜ ਕਹਿੰਦੇ ਅੱਜ ਸ਼ਹਿਰ ਦੇ ਵਿੱਚ ਦੀ ਜਾਣਾ। ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਇਹਨਾਂ ਰਾਜ ਸਾਰੇ ਘੋੜਿਆਂ ਦੇ ਨਾਲ ਸ਼ਹਿਰ। ਮਹਾਰਾਜ ਕਹਿਣ ਲੱਗੇ, ਕੁਝ ਕੁ ਲੈ ਜਾਣੇ, ਬਾਕੀ ਬਾਹਰ ਕੱਢ ਦਿਓ, ਅੱਜ ਅਸੀਂ ਸ਼ਹਿਰ ਦੇ ਵਿੱਚ ਦੀ ਜਾਣਾ ਹੈ। ਨਾਲ ਹੀ ਬਰੋਬਰ ਤੇ ਜਹਾਂਗੀਰ ਬਾਦਸ਼ਾਹ ਦਾ ਘੋੜਾ ਹੈ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਘੋੜੇ ਦੇ ਉੱਤੇ ਸਵਾਰ ਨੇ। ਉਹ ਬੀਬੀ ਦਾ ਘਰ ਦਾ ਜਿਹੜਾ ਦਰਵਾਜ਼ਾ ਖੁੱਲ੍ਹਾ ਹੋਇਆ ਹੈ, ਬਾਹਰਲਾ ਜਿਹੜਾ, ਤੇ ਸਾਹਮਣੇ ਚੌਂਕੜੇ ਦੇ ਵਿੱਚ, ਚੌਂਤਰੇ ਦੇ ਵਿੱਚ ਜਿਹੜਾ ਕੰਮਕਾਰ ਕਰ ਰਹੀ ਹੈ, ਤੇ ਯਾਦ ਕਰ ਰਹੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਗਰੀਬੀ ਨੂੰ ਆਣ ਕੇ ਘਰ ਦੇ ਵਿੱਚ ਹੀ ਆਣ ਕੇ ਦਰਸ਼ਨ ਦੇ ਦਿਓ, ਇਹਨਾਂ ਤੇ ਮੈਨੂੰ ਆਉਣ ਨਹੀਂ ਦੇਣਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲਦੇ ਚੱਲਦੇ ਘੋੜੇ ਦੇ ਦਰਵਾਜ਼ੇ ਦੇ ਸਾਹਮਣੇ ਆਏ, ਮਹਾਰਾਜ ਜੀ ਨੇ ਘੋੜਾ ਰੋਕ ਲਿਆ ਤੇ ਆਵਾਜ਼ ਦਿੱਤੀ, ਬੀਬਾ ਕਰ ਲਾ ਦਰਸ਼ਨ। ਫਿਰ ਦੌੜ ਕੇ ਆਈ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਇੰਨਾ ਪਿਆਰ ਦਾ, ਪ੍ਰੀਤ ਦਾ ਜਲ ਹੈ, ਤੇ ਸਤਿਗੁਰਾਂ ਦੇ ਚਰਨ ਧੋ ਦਿੱਤੇ। ਕਹਿਣ ਲੱਗੀ, ਮਹਾਰਾਜ ਮੇਰੀ ਤਾਂ ਅੰਦਰ ਦੀ ਭਾਵਨਾ ਸਮਝ ਕੇ ਦਰਸ਼ਨ ਦਿੱਤੇ ਹੈ। ਮਹਾਰਾਜ ਕਹਿਣ ਲੱਗੇ, ਜਾ ਬੀਬਾ ਤੇਰਾ ਜਨਮ ਮਰਨ ਕੱਟੇ। ਫਿਰ ਮਹਾਰਾਜ ਜੀ ਅੱਗੇ ਚਲੇ ਗਏ। ਇਸ ਤਰ੍ਹਾਂ ਮਹਾਰਾਜ ਪ੍ਰੇਮ ਵੇਖਦੇ ਨੇ, ਭਾਵਨਾ ਵੇਖਦੇ ਨੇ। ਤੇ ਜਹਾਂਗੀਰ ਬਾਦਸ਼ਾਹ ਨੇ ਇੱਕ ਸਵਾਲ ਕੀਤਾ ਸੀ, ਮਹਾਰਾਜ ਤੁਹਾਨੂੰ ਸੱਚੇ ਪਾਤਸ਼ਾਹ ਲੋਕ ਕਹਿੰਦੇ, ਮੈਨੂੰ ਨਿਰਾ ਬਾਦਸ਼ਾਹ ਕਹਿੰਦੇ, ਇਹਦਾ ਕੀ ਕਾਰਨ ਹੈ? ਮੈਨੂੰ ਪਾਤਸ਼ਾਹ ਕਹਿ ਦਿੰਦੇ ਨੇ, ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨੇ? ਮਹਾਰਾਜ ਕਹਿਣ ਲੱਗੇ, ਸਮਾਂ ਬਣੇਗਾ ਤੇ ਕੋਈ ਦੱਸ ਦੇਵਾਂਗੇ।
ਫਿਰ ਉਹ ਘਾਈ ਸਿੱਖ ਵਾਲੀ ਮੁਕਤੀ ਵਾਲਾ ਚੋਜ ਵੇਖ ਕੇ ਤੇ ਬੀਬਾ ਨੂੰ ਦਰਸ਼ਨ ਦੇਣ ਵਾਲਾ ਚੋਜ ਵੇਖ ਕੇ ਬਾਦਸ਼ਾਹ ਮੰਨ ਗਿਆ ਸੀ, ਮਹਾਰਾਜ ਨੇ ਤੂੰ ਸੱਚੇ ਪਾਤਸ਼ਾਹ ਜੀ। ਤੁਹਾਨੂੰ ਲੋਕ ਸੱਚ ਕਹਿੰਦੇ ਕਿ ਤੂੰ ਸੱਚੇ ਪਾਤਸ਼ਾਹ ਦੇ, ਲੋਕ ਪ੍ਰਲੋਕ ਦੇ ਤੂੰ ਸੱਚੇ ਪਾਤਸ਼ਾਹ ਦੇ ਮੁਕਤ ਕਰਨ ਵਾਲੇ ਹੋ। ਇਸ ਵਾਸਤੇ ਕਹਿੰਦੇ ਨੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਬੀਰ ਸਾਹਿਬ ਜੀ ਕਹਿੰਦੇ ਨੇ ਰਾਜਨ ਐ ਮਨੁੱਖ, ਇਹ ਜਿਹੜਾ ਮਨੁੱਖ ਸੋਨਾ ਤੇ ਚਾਂਦੀ ਹੈ ਨਾ, ਇਹਦੇ ਨਾਲ ਨਹੀਂ, ਇਹਦੇ ਤੋਲ ਦੇ ਨਾਲ ਨਹੀਂ। ਪਰਮੇਸ਼ਰ ਬਹੁਤ ਭਾਰਾ ਤੇ ਮਨ ਦੇ ਰਾਮ ਲਿਆ ਹੈ। ਜਦੋਂ ਮਨ ਰੂਪੀ ਭੇਟਾ ਦੇ ਦਿੱਤੀ, ਮਨ ਅਰਪਣ ਕਰ ਦਿੱਤਾ, ਇਹ ਮੁੱਲ ਦਿੱਤਾ ਹੈ, ਮਨ ਦਾ ਮੁੱਲ ਦਿੱਤਾ ਹੈ ਪਰਮੇਸ਼ਰ ਨੇ। ਪਰ ਕੰਚਨ ਸੋਨੇ ਦੇ ਨਾਲ ਨਹੀਂ ਪ੍ਰਾਪਤ ਹੁੰਦਾ, ਫਿਰ ਸਾਨੂੰ ਪ੍ਰਾਪਤ ਹੋਇਆ। ਇਸ ਤਰ੍ਹਾਂ ਕਬੀਰ ਸਾਹਿਬ ਨੇ ਉਹ ਰਾਜਨ ਨੂੰ ਜਿਹੜਾ ਹੈ ਉਪਦੇਸ਼ ਦੇ ਰਹੇ ਨੇ। ਅੱਜ ਤਾਂ 2 ਪੰਕਤੀਆਂ ਦੀ ਵਿਚਾਰ ਹੋਈ, ਬਾਕੀ ਆਪਾਂ ਕੱਲ੍ਹ ਨੂੰ ਕਰ ਲਵਾਂਗੇ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ। ਗੁਰੂ ਸਾਹਿਬ ਜੀ ਸੰਗਤ ਬਖਸ਼ਣ ਜੋਗ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰਾਂ ਦਾ ਸ੍ਰੇਸ਼ਟ ਜਸ ਕਰਨ ਦਾ ਬਲ ਬਖਸ਼ਣਾ। ਗੁਰੂ ਗ੍ਰੰਥ ਸਾਹਿਬ ਜੀ ਦਾ ਆਈਆਂ ਹੋਈਆਂ ਸਿੱਖ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਕਾ ਜਸ ਹਰਮਨ ਕਰਕੇ ਬੜੀ ਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ